ਜਿਹੜੇ ਆਮ ਲੋਕ ਆ ਭਗਤ ਸਿੰਘ ਉਹਨਾਂ ਦਾ ਸ਼ਹੀਦ ਆ, ਕਿਸਾਨਾਂ ਮਜ਼ਦੂਰਾਂ ਦਾ ਸ਼ਹੀਦ ਆ। ਹਾਂ, ਸਿਮਰਜੀਤ ਮਾਨ ਕਿਹੜੀ ਧਿਰ ਦੀ ਨੁਮਾਇੰਦਗੀ ਕਰਦੇ ਆ? ਉਹ ਅੰਗਰੇਜ਼ਾਂ ਦੀ ਨੁਮਾਇੰਦਗੀ ਕਰਦੇ ਆ, ਉਹ ਭਾਰਤੀ ਸਟੇਟ ਦੀ ਨੁਮਾਇੰਦਗੀ ਕਰਦੇ ਆ। ਉਹਨਾਂ ਲਈ ਉਹ ਸ਼ਹੀਦ ਨਹੀਂ ਹੋ ਸਕਦੇ। ਸਿਮਰਜੀਤ ਸਿੰਘ ਮਾਨ ਸ਼ਹੀਦ ਮੰਨਦੇ ਆ ਮਾਈਕਲ ਡਵਾਇਰ ਨੂੰ, ਸਿਮਰਜੀਤ ਸਿੰਘ ਮਾਨ ਸ਼ਹੀਦ ਮੰਨਦੇ ਆ ਜਨਰਲ ਡਾਇਰ ਨੂੰ, ਜਿਨ੍ਹਾਂ ਨੂੰ ਜੰਗੀਰਾਂ ਇਸ ਕਰਕੇ ਅੰਗਰੇਜ਼ਾਂ ਨੇ ਦਿੱਤੀਆਂ ਕਿ ਉਹ ਅੰਗਰੇਜ਼ ਹਕੂਮਤ ਦੇ ਪਿੱਠੂ ਰਹੇ ਆ। ਉਹ ਤਾਂ ਇਹਨਾਂ ਦੇ ਪਰਿਵਾਰ ਦਾ ਪਿਛੋਕੜ ਆ। ਇੱਕ ਗੱਲ ਹੋਰ ਵੀ ਹੈ, ਉਹ ਕਹਿੰਦੇ ਵੀ ਇਹ ਇੰਡੀਅਨ ਸਟੇਟ ਦਾ ਸ਼ਹੀਦ ਹੋ ਸਕਦਾ, ਸਿੱਖਾਂ ਦਾ ਸ਼ਹੀਦ। ਭਗਤ ਸਿੰਘ ਉਹਨਾਂ ਨੌਜਵਾਨਾਂ, ਉਹਨਾਂ ਬੱਚਿਆਂ ਚੋਂ ਸੀ ਜਿਨ੍ਹਾਂ ਨੇ ਨਨਕਾਣੇ ਨੂੰ, ਜਿਨ੍ਹਾਂ ਨੇ ਜੈਤੋਂ ਨੂੰ ਜਾਂਦੇ ਜੱਥਿਆਂ ਨੂੰ ਭੋਜਨ ਛਕਾਇਆ। ਉਹਦੇ ਕਰਕੇ ਉਹਨੂੰ ਥਾਣੇ 'ਚ ਵੀ ਰਹਿਣਾ ਪਿਆ, ਉਹਦੇ ਕਰਕੇ ਉਹਨਾਂ ਦੇ ਪਰਿਵਾਰ ਨੂੰ ਟੌਰਚਰ ਝੱਲਣਾ ਪਿਆ। ਔਰ ਇਹ ਅੱਜ ਦੱਸਣਗੇ ਕਿ ਭਗਤ ਸਿੰਘ ਸ਼ਹੀਦ ਸੀ ਜਾਂ ਨਹੀਂ ਸੀ ਸਿੱਖਾਂ ਦਾ। ਜਿਵੇਂ ਅਸੀਂ ਕਹਿਣਾ ਕਿ ਚੰਦ ਤੇ ਥੁੱਕਿਆ ਮੂੰਹ ਤੇ ਪੈਂਦਾ। ਜਿਹੜੇ ਲੋਕ ਵੀ ਉਹਦੇ ਬਾਰੇ ਬਕਵਾਸ ਕਰਦੇ ਆ, ਉਹ ਆਪਦੀ ਕੀਤੀ ਇਹ ਵਿਚਾਰ ਲੈਣ ਕਿ ਭਗਤ ਸਿੰਘ ਤੇ ਥੁੱਕਿਆ ਉਹਨਾਂ ਦੇ ਮੂੰਹ ਤੇ ਹੀ ਪੈਣਾ। ਦੋਸਤੋ, ਸਿਮਰਨਜੀਤ ਸਿੰਘ ਮਾਨ ਦਾ ਬਿਆਨ ਹੈ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਤੇ। ਉਸ ਤੇ ਨੌਜਵਾਨ ਭਾਰਤ ਸਭਾ ਦਾ ਹੀ ਕਹਿਣਾ। ਨੌਜਵਾਨ ਭਾਰਤ ਸਭਾ ਦੇ ਸੈਕਟਰੀ ਮੰਗਾ ਸਿੰਘ ਆਜ਼ਾਦ ਸਾਡੇ ਨਾਲ ਨੇ, ਗੱਲਬਾਤ ਕਰਦੇ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਿੰਦਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਬਾਈ ਕਿਵੇਂ ਦੇਖਦੇ ਹੋ ਇਸ ਬਿਆਨ ਨੂੰ? ਕਿਵੇਂ ਦੇਖਦੇ ਹੋ ਭਗਤ ਸਿੰਘ ਨੂੰ ਅੱਤਵਾਦੀ ਕਿਹਾ? ਨੌਜਵਾਨ ਭਾਰਤ ਸਭਾ ਭਗਤ ਸਿੰਘ ਵੀ ਚਲਾਉਂਦੇ ਸੀ, ਤੇ ਤੁਹਾਨੂੰ ਕੀ ਲੱਗਦਾ ਕਿ ਵਾਕਈ ਉਹ ਅੱਤਵਾਦੀ ਸੀ? ਦੇਖੋ ਮਨਿੰਦਰ ਜੀ, ਇਹ ਹਕੂਮਤ ਦੀ ਨਿਗਾਹ ਦੇ ਵਿੱਚ ਜਿਹੜੇ ਸ਼ਹੀਦ ਆ ਵੱਖਰੇ ਵੱਖਰੇ ਹੁੰਦੇ ਆ। ਠੀਕ ਆ, ਹਰੇਕ ਧਿਰ ਦਾ ਆਪਣਾ ਸ਼ਹੀਦ ਹੁੰਦਾ। ਜਿਹੜੇ ਆਮ ਲੋਕ ਆ, ਭਗਤ ਸਿੰਘ ਉਹਨਾਂ ਦਾ ਸ਼ਹੀਦ ਆ, ਕਿਸਾਨਾਂ ਮਜ਼ਦੂਰਾਂ ਦਾ ਸ਼ਹੀਦ ਆ। ਹਾਂ, ਸਿਮਰਜੀਤ ਮਾਨ ਕਿਹੜੀ ਧਿਰ ਦੀ ਨੁਮਾਇੰਦਗੀ ਕਰਦੇ ਆ? ਉਹ ਅੰਗਰੇਜ਼ਾਂ ਦੀ ਨੁਮਾਇੰਦਗੀ ਕਰਦੇ ਆ, ਉਹ ਭਾਰਤੀ ਸਟੇਟ ਦੀ ਨੁਮਾਇੰਦਗੀ ਕਰਦੇ ਆ। ਉਹਨਾਂ ਲਈ ਉਹ ਸ਼ਹੀਦ ਨਹੀਂ ਹੋ ਸਕਦੇ। ਇਸ ਕਰਕੇ ਸਾਡਾ ਇਹ ਮੰਨਣਾ ਕਿ ਉਹ ਆਮ ਲੋਕਾਂ ਦੇ, ਕਿਰਤੀ ਲੋਕਾਂ ਦੇ, ਜਿਨ੍ਹਾਂ ਦੀ ਉਹ ਮੁਕਤੀ ਦਾ ਰਾਹ ਖੋਜਣ ਦੇ ਲਈ ਸ਼ਹੀਦ ਹੋ ਗਏ, ਉਹਨਾਂ ਦੇ ਉਹ ਸ਼ਹੀਦ ਨੇ। ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਸ਼ਹੀਦ ਮੰਨਦੇ ਆ ਜਾਂ ਨਹੀਂ ਮੰਨਦੇ, ਇਹਦੇ ਨਾਲ ਕੋਈ ਕੋਈ ਬੜਾ ਫਰਕ ਨਹੀਂ ਪੈਂਦਾ, ਕਿਉਂਕਿ ਉਹ ਉਸੇ ਹਕੂਮਤ ਦੀ ਜਿਹੜੀ ਪਿੱਠ ਥਾਪੜ ਰਹੇ ਆ। ਤੁਹਾਡੇ ਹਿਸਾਬ ਨਾਲ ਸਿਮਰਨਜੀਤ ਸਿੰਘ ਮਾਨ ਸ਼ਹੀਦ ਕਿਹਨਾਂ ਨੂੰ ਮੰਨਦੇ ਆ? ਸਿਮਰਜੀਤ ਸਿੰਘ ਮਾਨ ਸ਼ਹੀਦ ਮੰਨਦੇ ਆ ਮਾਈਕਲ ਡਵਾਇਰ ਨੂੰ, ਸਿਮਰਜੀਤ ਸਿੰਘ ਮਾਨ ਸ਼ਹੀਦ ਮੰਨਦੇ ਆ ਜਨਰਲ ਡਾਇਰ ਨੂੰ, ਜਿਨ੍ਹਾਂ ਨੂੰ ਇਹਨਾਂ ਦੇ ਨਾਨਾ ਜੀ ਨੇ ਅਕਾਲ ਤਖਤ ਤੇ ਬੁਲਾ ਕੇ ਸਰੋਪਾ ਦਿੱਤਾ, ਔਰ ਅਕਾਲ ਤਖਤ ਤੋਂ ਜਿਹੜਾ ਇਹਨਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ। ਔਰ ਇਹ ਆਪਣੀ ਵੀਡੀਓ ਦੇ ਵਿੱਚ ਹੀ ਇਹ ਕਹਿੰਦੇ ਆ ਕਿ ਸਿਮਰਜੀਤ ਸਿੰਘ ਮਾਨ ਕਿ ਮੇਰੇ ਨਾਨਾ ਜੀ ਅਰੂੜ ਸਿੰਘ ਨੇ ਇਹਨੂੰ ਕਿਹਾ, ਜਨਰਲ ਡਾਇਰ ਨੂੰ, ਕਿ ਮੈਂ ਤੈਨੂੰ ਅੰਮ੍ਰਿਤ ਛਕਵਾ ਦਿੰਦਾ। ਉਹ ਕਹਿੰਦਾ ਵੀ ਮੇਰੇ ਤਾਂ ਕੇਸ ਹੈ ਨਹੀਂ। ਕਹਿੰਦਾ ਕੋਈ ਗੱਲ ਨਹੀਂ, ਹੌਲੀ ਹੌਲੀ ਰੱਖ ਲਈ। ਉਹ ਕਹਿੰਦਾ ਮੈਂ ਤਾਂ ਸਿਗਰਟ ਪੀਣਾ। ਇਹਦਾ ਸਿਮਰਜੀਤ ਸਿੰਘ ਦਾ ਨਾਨਾ ਅਰੂੜ ਸਿੰਘ ਉਹਨੂੰ ਕਹਿੰਦਾ ਵੀ ਕੋਈ ਗੱਲ ਨਹੀਂ, ਹੌਲੀ ਹੌਲੀ ਛੱਡ ਦੀ, ਤੂੰ ਸਿੱਖੀ 'ਚ ਆ ਜਾ। ਤੇ ਸਿਮਰਜੀਤ ਸਿੰਘ ਮਾਨ ਬੜਾ ਹੁੱਬ ਕੇ ਦੱਸਦੇ ਆ ਕਿ ਮੇਰੇ ਨਾਨਾ ਜੀ ਨੇ ਜਨਰਲ ਡਾਇਰ ਨੂੰ ਠੰਡਾ ਕਰਨ ਦੇ ਲਈ ਸਰੋਪਾ ਪਾਇਆ। ਜਿਨ੍ਹਾਂ ਦਾ ਇਤਿਹਾਸ ਗਦਾਰੀਆਂ ਭਰਿਆ, ਜਿਨ੍ਹਾਂ ਦੇ ਖੂਨ ਦੇ ਵਿੱਚ ਗਦਾਰੀਆਂ ਭਰੀਆਂ, ਜਿਨ੍ਹਾਂ ਨੂੰ ਜੰਗੀਰਾਂ ਇਸ ਕਰਕੇ ਅੰਗਰੇਜ਼ਾਂ ਨੇ ਦਿੱਤੀਆਂ ਕਿ ਉਹ ਅੰਗਰੇਜ਼ ਹਕੂਮਤ ਦੇ ਪਿੱਠੂ ਰਹੇ ਆ, ਉਹ ਤਾਂ ਇਹਨਾਂ ਦੇ ਪਰਿਵਾਰ ਦਾ ਪਿਛੋਕੜ ਆ। ਇਸ ਕਰਕੇ ਇਹਨਾਂ ਦੇ ਲਈ ਤਾਂ ਉਹੀ ਫਿਰ ਸ਼ਹੀਦ ਹੋਣਗੇ। ਭਗਤ ਸਿੰਘ ਇਹਨਾਂ ਲਈ ਸ਼ਹੀਦ ਨਹੀਂ ਹੋ ਸਕਦਾ, ਸਰਾਭਾ ਇਹਨਾਂ ਲਈ ਸ਼ਹੀਦ ਨਹੀਂ ਹੋ ਸਕਦਾ, ਤੇ ਜਿਹੜਾ ਮਾਈਕਲ ਡਵਾਇਰ ਨੂੰ ਲੰਡਨ 'ਚ ਜਾ ਕੇ ਠੋਕਣ ਵਾਲਾ ਊਧਮ ਸਿੰਘ ਇਹਨਾਂ ਦੇ ਲਈ ਸ਼ਹੀਦ ਨਹੀਂ ਹੋ ਸਕਦਾ। ਤੁਹਾਨੂੰ ਕੀ ਲੱਗਦਾ ਹੈ ਜਿਹੜਾ ਭਗਤ ਸਿੰਘ ਤੇ ਇਹ ਵੀ ਗੱਲ ਆਉਂਦੀ ਹੈ ਕਿ ਭਗਤ ਸਿੰਘ ਨੇ ਪਹਿਲਾਂ ਕੇਸ ਰੱਖੇ ਸੀ, ਫਿਰ ਕੇਸ ਕਟਾਲੇ ਵੀ? ਉਹ ਆਪਦੇ ਇੱਕ ਜੋ ਲੋਕਾਂ ਦਾ ਇਹ ਕਹਿਣਾ ਕਿ ਸਿਰਫ ਹਵਾ ਦੇ ਲਈ, ਸਿਰਫ ਆਪਣੀ ਟੌਰ ਬਣਾਉਣ ਦੇ ਲਈ, ਫੋਕੇ ਪਾਉਣ ਦੇ ਲਈ ਕੇਸ ਕਟਾਏ ਸੀ, ਕੋਈ ਜ਼ਰੂਰੀ ਨਹੀਂ ਸੀ। ਮਨਿੰਦਰ ਜੀ ਦੇਖੋ, ਇਹਦੇ 'ਚ ਵੱਖ-ਵੱਖ ਜਿਹੜੀ ਡਿਬੇਟ ਆ ਉਹ ਚੱਲੀ ਆ। ਜਿਹੜੇ ਰਣਧੀਰ ਸਿੰਘ ਉਹ ਵੀ ਇਹਨਾਂ ਨੂੰ ਮਿਲਣ ਗਏ, ਜੇਲ੍ਹ 'ਚ ਮੁਲਾਕਾਤ ਕੀਤੀ। ਉਹਨਾਂ ਨੇ ਇਹ ਗੱਲ ਕਹੀ ਕਿ ਭਗਤ ਸਿੰਘ ਨੇ ਜਿਹੜੇ ਕੇਸ ਆ ਉਹ ਕਟਾਏ, ਉਹ ਸਿੱਖੀ ਤੋਂ ਬਾਗੀ ਹੋ ਗਿਆ। ਭਗਤ ਸਿੰਘ ਨੇ ਇਹਦੇ ਜਵਾਬ 'ਚ ਲਿਖਿਆ, ਚਿੱਠੀ ਵੀ ਲਿਖੀ। ਉਹਨਾਂ ਨੇ ਇਹ ਕਿਹਾ ਕਿ ਮੈਂ ਸਿੱਖੀ ਦੇ ਬੰਦ ਕਟਵਾਉਣ ਦਾ ਕਾਇਲ ਹਾਂ। ਜਿੱਦੇ ਮੈਨੂੰ ਸਿਰ ਕਟਾਉਣਾ ਪਿਆ ਤੇ ਮੈਂ ਸਿਰ ਕਟਾਉਣ ਤੋਂ ਵੀ ਪਿੱਛੇ ਨਹੀਂ ਹਟੂੰਗਾ। ਔਰ ਜਿਹੜੀ ਗੱਲ ਚੱਲਦੀ ਹੈ ਕਿ ਕੇਸ ਕਿਉਂ ਕਟਵਾਏ, ਇਹਦੇ ਪਿੱਛੇ ਜੇ ਤੁਸੀਂ ਰਕੇਸ਼ ਕੁਮਾਰ ਦੀ ਖੋਜ ਪੜ੍ਹਦੇ ਹੋ, ਉਹਨਾਂ ਨੇ ਜਿਹੜਾ ਗੁਪਤ ਟਿਕਾਣੇ ਦੀ ਖੋਜ ਕੀਤੀ ਹੈ ਫਿਰੋਜ਼ਪੁਰ ਦੇ ਵਿੱਚ, ਜਿਹੜਾ ਉਹਨਾਂ ਦਾ ਹੈੱਡਕੁਆਟਰ ਰਿਹਾ। ਉਹਨਾਂ ਨੇ ਇਹ ਕਿਹਾ ਕਿ ਬਿਹਾਰ ਦੇ ਵਿੱਚ ਜਦੋਂ HSRA, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ, ਇਹਨਾਂ ਦੀ ਜਿਹੜੀ ਐਸੋਸੀਏਸ਼ਨ ਪਾਰਟੀ ਸੀਗੀ, ਉਹਨਾਂ ਨੇ ਹਥਿਆਰ ਉਹਨਾਂ ਨੂੰ ਚਾਹੀਦੇ ਸੀਗੇ, ਉਹਨਾਂ ਨੂੰ ਪੈਸਾ ਟਕਾ ਚਾਹੀਦਾ ਸੀ, ਤੇ ਬਿਹਾਰ ਦੇ ਵਿੱਚ ਜਿਹੜਾ ਸਰਕਾਰੀ ਖਜ਼ਾਨੇ ਨੂੰ ਲੁੱਟਣ ਦਾ ਉਹਨਾਂ ਨੇ ਪਲਾਨ ਬਣਾਇਆ। ਔਰ ਉਹਦੇ ਵਿੱਚ ਜਿਹੜੇ ਬਿਹਾਰ ਵਾਲੇ ਸਾਥੀਆਂ ਨੇ ਇਹ ਕਿਹਾ ਕਿ ਜੇ ਤੂੰ ਕੇਸਦਾੜੀ ਰੱਖ ਕੇ ਉੱਥੇ ਜਾਏਗਾ ਤੇ ਬਿਹਾਰ 'ਚ ਤੂੰ ਪਛਾਣਿਆ ਜਾਏਗਾ। ਇਸ ਕਰਕੇ ਉਹਨਾਂ ਨੇ ਆਪਦੀ ਦਿੱਖ ਬਦਲਣ ਦੇ ਲਈ ਉਹ ਕੇਸਦਾੜੀ ਜਿਹੜੇ ਉਹ ਕਟਵਾਏ ਆ। ਉਹ ਇੱਥੇ ਫਿਰੋਜ਼ਪੁਰ ਦੇ ਜਿਹੜੇ ਗੁਪਤ ਟਿਕਾਣੇ ਦੇ ਵਿੱਚ ਹੀ ਕਟਵਾਏ, ਤੇ ਸੁਖਦੇਵ ਹੁਣਾਂ ਨੇ ਆਪ ਇਹ ਕੇਸ ਕਟਵਾਏ ਆ। ਇਹ ਗੱਲ ਜਿਹੜਾ ਜੈਗਪਾਲ ਆ, ਜਿਹੜਾ ਸਰਕਾਰੀ ਗਵਾਹ ਬਣ ਗਿਆ ਬਾਅਦ 'ਚ, ਉਹ ਆਪਦੀ ਗਵਾਹੀ ਦੇ ਵਿੱਚ ਲਿਖਾਉਂਦਾ ਕਿ ਕੇਸ ਆ ਜਿਹੜੇ ਸੁਖਦੇਵ ਨੇ ਕੱਟੇ ਆ ਉਹਦੇ। ਇਸ ਕਰਕੇ ਇਹ ਕੋਈ ਸਿੱਖੀ ਤੋਂ ਬਾਗੀ ਹੋਣ ਵਾਲਾ ਮਾਮਲਾ ਨਹੀਂ ਸੀ। ਭਗਤ ਸਿੰਘ ਤਾਂ ਸਿੱਖੀ ਦੇ ਬੰਦ ਕਟਵਾਉਣ ਦਾ ਕਾਇਲ ਸੀਗਾ, ਤੇ ਇਹ ਸਿਰਫ ਜਿਹੜੀ ਫੋਕੇ ਪ੍ਰਾਪੇਗੰਡਾ ਉਹਦੇ ਖਿਲਾਫ ਕੀਤਾ ਜਾ ਰਿਹਾ ਤਾਂ ਜੋ ਭਗਤ ਸਿੰਘ ਨੂੰ ਗੰਧਲਾ ਕੀਤਾ ਜਾ ਸਕੇ। ਪਰ ਭਗਤ ਸਿੰਘ ਦਾ ਕੱਦ ਇੰਨਾ ਵੱਡਾ, ਜਿਵੇਂ ਅਸੀਂ ਕਹਿਣਾ ਕਿ ਚੰਦ ਤੇ ਥੁੱਕਿਆ ਮੂੰਹ ਤੇ ਪੈਂਦਾ। ਜਿਹੜੇ ਲੋਕ ਵੀ ਉਹਦੇ ਬਾਰੇ ਬਕਵਾਸ ਕਰਦੇ ਆ,
ਉਹ ਆਪਦੀ ਕੀਤੀ ਇਹ ਵਿਚਾਰ ਲੈਣ ਕਿ ਭਗਤ ਸਿੰਘ ਤੇ ਥੁੱਕਿਆ ਉਹਨਾਂ ਦੇ ਮੂੰਹ ਤੇ ਹੀ ਪੈਣਾ। ਮੂੰਹ ਤੇ ਪੈਣਾ। ਅੱਛਾ, ਇੱਕ ਗੱਲ ਹੋਰ ਵੀ ਹੈ, ਉਹ ਕਹਿੰਦੇ ਵੀ ਇਹ ਇੰਡੀਅਨ ਸਟੇਟ ਦਾ ਸ਼ਹੀਦ ਹੋ ਸਕਦਾ, ਸਿੱਖਾਂ ਦਾ ਸ਼ਹੀਦ ਨਹੀਂ। ਫਿਰ ਉਹੀ ਗੱਲ ਆ ਜਾਂਦੀ ਹੈ ਕਿ ਸਿੱਖਾਂ ਦੇ ਸ਼ਹੀਦ ਤਾਂ ਹੋਰ ਨੇ, ਇਹ ਤਾਂ ਸਿਰਫ ਇੰਡੀਅਨ ਸਟੇਟ ਲਈ ਉਹਨਾਂ ਨੇ ਕੁਰਬਾਨੀ ਕੀਤੀ, ਉਹ ਮੰਨੀ ਜਾਣ ਉਹਨਾਂ ਨੂੰ। ਪਰ ਕਹਿੰਦੇ ਆ ਵੀ ਭਾਰਤ ਸਰਕਾਰ ਵੀ ਉਹਨਾਂ ਨੂੰ ਸ਼ਹੀਦ ਨਹੀਂ ਮੰਨਦੀ। ਪਰ ਇਹ ਸ਼ਹੀਦ ਅਸਲ ਦੇ ਵਿੱਚ, ਤੁਸੀਂ ਮੈਂ ਪਹਿਲਾਂ ਹੀ ਗੱਲ ਕੀਤੀ, ਫਿਰ ਸ਼ਹੀਦੀ ਦਾ ਰੌਲਾ ਬੜਾ ਚੱਲ ਰਿਹਾ। ਮਨਿੰਦਰ ਜੀ ਦੇਖੋ, ਜਦੋਂ ਨਨਕਾਣਾ ਸਾਹਿਬ ਦਾ ਮੋਰਚਾ ਚੱਲਦਾ ਜੀ, ਜਦੋਂ ਜੈਤੋ ਦਾ ਮੋਰਚਾ ਚੱਲਦਾ, ਭਗਤ ਸਿੰਘ ਦੀ ਉਮਰ ਬਹੁਤ ਛੋਟੀ ਆ। ਜੇ ਕਿਤੇ ਅਸੀਂ ਇਹਨਾਂ ਨੂੰ ਸਲਾਹ ਵੀ ਦੇਵਾਂਗੇ ਸਿਮਰਜੀਤ ਸਿੰਘ ਮਾਨ ਹੋਣਾ ਨੂੰ, ਜਾਂ ਜਿਹੜੇ ਵੀ ਇਹ ਕਹਿੰਦੇ ਆ ਕਿ ਇੰਡੀਅਨ ਸਟੇਟ ਦਾ ਸ਼ਹੀਦ ਸੀ, ਉਹ ਸਿੱਖਾਂ ਦਾ ਸ਼ਹੀਦ ਨਹੀਂ ਸੀ, ਉਹ ਪੜ੍ਹ ਲੈਣ ਚੰਗੀ ਤਰ੍ਹਾਂ ਇਤਿਹਾਸ। ਜਦੋਂ ਜੈਤੋ ਦਾ ਮੋਰਚਾ ਚੱਲਿਆ ਤੇ ਅੰਗਰੇਜ਼ਾਂ ਨੇ ਉੱਤੇ ਤਸ਼ੱਦਦ ਕੀਤਾ, ਤੇ ਭਗਤ ਸਿੰਘ ਉਹਨਾਂ ਨੌਜਵਾਨਾਂ, ਉਹਨਾਂ ਬੱਚਿਆਂ ਚੋਂ ਸੀ ਜਿਨ੍ਹਾਂ ਨੇ ਨਨਕਾਣੇ ਨੂੰ, ਜਿਨ੍ਹਾਂ ਨੇ ਜੈਤੋ ਨੂੰ ਜਾਂਦੇ ਜੱਥਿਆਂ ਨੂੰ ਭੋਜਨ ਛਕਾਇਆ। ਉਹਦੇ ਕਰਕੇ ਉਹਨੂੰ ਥਾਣੇ 'ਚ ਵੀ ਰਹਿਣਾ ਪਿਆ, ਉਹਦੇ ਕਰਕੇ ਉਹਨਾਂ ਦੇ ਪਰਿਵਾਰ ਨੂੰ ਟੌਰਚਰ ਝੱਲਣਾ ਪਿਆ। ਔਰ ਇਹ ਅੱਜ ਦੱਸਣਗੇ ਕਿ ਭਗਤ ਸਿੰਘ ਸ਼ਹੀਦ ਸੀ ਜਾਂ ਨਹੀਂ ਸੀ ਸਿੱਖਾਂ ਦਾ। ਇਸ ਕਰਕੇ ਇਹ ਇਹਨਾਂ ਦਾ ਜਿਹੜਾ ਉਹ ਸਿੱਖ ਵਰਸਜ ਕਮਿਊਨਿਸਟ ਜਾਂ ਸਿੱਖ ਵਰਸਜ ਕਾਮਰੇਡ ਬਣਾਉਣ ਦੀ ਇਹਨਾਂ ਦੀ ਜਿਹੜੀ ਪਾਲਿਸੀ ਆ, ਤਾਂ ਜੋ ਜਿਹੜਾ ਇਹਨਾਂ ਦਾ ਫਿਰਕਾ ਪ੍ਰਸਤੀ ਵਾਲਾ, ਜਿਵੇਂ ਮੋਦੀ ਸਰਕਾਰ ਇੱਥੇ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਆ, ਇਹ ਉਸੇ ਤਰਜ਼ ਤੇ ਇਥੋਂ ਦੇ ਸਿੱਖਾਂ ਨੂੰ ਤੇ ਹੋਰ ਫਿਰਕਿਆਂ ਨੂੰ ਵੰਡ ਕੇ ਜਿਹੜਾ ਆਪਦੀਆਂ ਸਿਆਸੀ ਰੋਟੀਆਂ ਜਿਹੜੀਆਂ ਉਹ ਸੇਕ ਸਕਣ। ਸਿਰਫ ਤੇ ਸਿਰਫ ਇਹਨਾਂ ਦਾ ਇਹ ਮਤਲਬ ਇਹਦੇ 'ਚ ਬਣਦਾ। ਭਗਤ ਸਿੰਘ ਦੇ ਅਸਲ ਜੇ ਭਗਤ ਸਿੰਘ ਦੀ ਗੱਲ ਕਰਨੀ ਹੋਵੇ, ਭਗਤ ਸਿੰਘ ਦੀ ਅਸਲ ਸੋਚ ਕੀ ਸੀ? ਭਗਤ ਸਿੰਘ ਕੀ ਸੋਚਦੇ ਸੀ ਲੋਕਾਂ ਬਾਰੇ, ਦੇਸ਼ ਬਾਰੇ, ਪੰਜਾਬ ਬਾਰੇ, ਸਾਰੇ ਬਾਰੇ ਜੇ ਗੱਲ ਕਰਨੀ ਹੋਵੇ? ਦੇਖੋ, ਭਗਤ ਸਿੰਘ ਜਦੋਂ ਉਹਨੇ ਆਪਦਾ ਸਿਆਸੀ ਜੀਵਨ ਜਿਹੜਾ ਸ਼ੁਰੂ ਕੀਤਾ, ਤੇ ਸ਼ੁਰੂ ਚੋਂ ਉਹ ਕਰਤਾਰ ਸਿੰਘ ਸਰਾਭੇ ਨੂੰ ਆਪਣਾ ਨਾਇਕ ਮੰਨਦਾ ਸੀ। ਕਰਤਾਰ ਸਿੰਘ ਸਰਾਭਾ ਜਿਹੜਾ ਗਦਰ ਪਾਰਟੀ ਦਾ ਸਭ ਤੋਂ ਛੋਟਾ ਜਰਨੈਲ, ਜਿਹੜਾ ਛੋਟੀ ਉਮਰ ਦੇ ਵਿੱਚ ਸ਼ਹੀਦ ਹੋਇਆ, ਉਹਨਾਂ ਨੇ ਇੱਕ ਸੁਪਨਾ ਲਿਆ ਕਿ ਅੰਗਰੇਜ਼ਾਂ ਨੂੰ ਅਸੀਂ, ਜਿਹੜਾ ਬ੍ਰਿਟਿਸ਼ ਸਾਮਰਾਜ ਆ, ਉਹਨੂੰ ਇੱਥੋਂ ਬਾਹਰ ਕੱਢਣਾ। ਇੱਥੇ ਹਿੰਦੁਸਤਾਨ ਦੇ ਮਿਹਨਤਕਸ਼ ਲੋਕ ਆ, ਜਿਹੜੇ ਮਿਹਨਤ ਕਰਦੇ ਆ, ਦਸਾਂ ਨੌਂ ਦੀ ਕਿਰਤ ਕਰਦੇ ਆ, ਉਹਨਾਂ ਦਾ ਰਾਜ ਅਸੀਂ ਉਹ ਲੈ ਕੇ ਆਉਣਾ। ਔਰ ਉਹਨਾਂ ਦੀ ਤਰਜ਼ ਤੇ ਹੀ ਬਾਅਦ ਚ ਹੋਰ ਵੀ ਮੂਵਮੈਂਟਾਂ ਚੱਲੀਆਂ। ਗਦਰ ਪਾਰਟੀ ਚਲੋ ਉਸ ਤਰੀਕੇ ਨਾਲ ਆਪਦੇ ਸਫਲ ਨਹੀਂ ਹੋਈ, ਉਹਨਾਂ ਦੀ ਜਿਹੜੀ ਗਦਰ ਦੀ ਡੇਟ ਆ ਜਿਹੜੀ ਲੀਕ ਹੋ ਗਈ, ਬਹੁਤ ਸਾਰੇ ਸਾਥੀਆਂ ਨੂੰ ਫਾਂਸੀਆਂ ਹੋਈਆਂ, ਕਾਲੇ ਪਾਣੀ ਦੀਆਂ ਸਜ਼ਾਵਾਂ ਹੋਈਆਂ। ਉਦੋਂ ਬਾਅਦ ਜਿਹੜੀ ਭਗਤ ਸਿੰਘ ਹੋਰਾਂ ਦੀ ਮੂਵਮੈਂਟ ਸੀ, ਚਾਹੇ ਉਹਨਾਂ ਦੀ ਨੌਜਵਾਨ ਭਾਰਤ ਸਭਾ ਸੀ, ਚਾਹੇ ਉਹਨਾਂ ਦੀ ਇਨਕਲਾਬੀ ਪਾਰਟੀ HSRA ਸੀ, ਉਹਨਾਂ ਨੇ ਇਹ ਪਲਾਨ ਬਣਾਇਆ ਜਿਹਦੇ 'ਚ ਨੌਜਵਾਨ ਭਾਰਤ ਸਭਾ ਦਾ ਖਰੜਾ ਤੁਹਾਨੂੰ ਮਿਲ ਜੂਗਾ, ਪੜ੍ਹ ਸਕਦੇ ਹੋ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਇਕੱਲੇ ਅੰਗਰੇਜ਼ਾਂ ਨੂੰ ਬਾਹਰ ਨਹੀਂ ਕੱਢਣਾ ਚਾਹੁੰਦੇ, ਅਸੀਂ ਇੱਥੋਂ ਜਿਹੜੇ ਜੰਗੀਰਦਾਰ ਨੇ, ਇੱਥੋਂ ਸਰਮਾਏਦਾਰ ਨੇ, ਉਹਨਾਂ ਦਾ ਫਸਤਾ ਵੱਢ ਕੇ ਤੇ ਕਿਸਾਨਾਂ ਤੇ ਮਜ਼ਦੂਰਾਂ ਦਾ ਰਾਜ ਇੱਥੇ ਲਿਆਉਣਾ ਚਾਹੁੰਦੇ ਆ। ਸਪਸ਼ਟ ਜਿਹੜੀ ਉਹਨਾਂ ਦੀ ਵਿਚਾਰਧਾਰਾ ਇਹ ਇਸ ਨੀਤੀ ਤੋਂ ਸਪਸ਼ਟ ਹੁੰਦੀ ਸੀ। ਮਾਨ ਸਾਹਿਬ ਇਹ ਕਹਿੰਦੇ ਆ ਕਿ ਉਹਨਾਂ ਨੇ ਬੇਦੋਸ਼ੇ ਚੰਨਣ ਸਿੰਘ ਤੇ ਪੁਲਿਸ ਅਫਸਰ ਤੇ ਗੋਲੀਆਂ ਚਲਾਈਆਂ, ਨਿਰਦੋਸ਼ ਸੀਗਾ। ਸਾਈਮਨ ਕਮਿਸ਼ਨ ਤੇ ਵੀ ਜਿਹੜੀ ਕਾਫੀ ਚਰਚਾ ਚੱਲ ਰਹੀ ਹੈ, ਉਹ ਕਹਿੰਦੇ ਉਹਨਾਂ ਨੇ ਸਿਰਫ ਨਿਰਦੋਸ਼ ਇੱਕ ਸਿੱਖ ਤੇ ਗੋਲੀਆਂ ਚਲਾਤੀਆਂ। ਕੀ ਸਹੀ ਹੈ ਇਹ? ਦੇਖੋ, ਇਹਦੇ 'ਚ ਨਾ ਜਿਹੜਾ ਸਾਈਮਨ ਕਮਿਸ਼ਨ ਦਾ ਇਹ ਰੌਲਾ ਪਾਉਂਦੇ ਆ ਕਿ ਉਹਦਾ ਵਿਰੋਧ ਕਿਉਂ ਕੀਤਾ। ਜਿਹੜਾ ਟ੍ਰੇਡ ਡਿਸਪਿਊਟ ਬਿੱਲ ਤੇ ਪਬਲਿਕ ਸੇਫਟੀ ਬਿੱਲ ਉਸ ਟਾਈਮ ਉਹ ਲੈ ਕੇ ਆ ਰਹੇ ਸੀ, ਜਿਹਦੇ ਤੇ ਖਿਲਾਫ ਰੌਲਾ ਪਿਆ, ਜਿਹਦੇ ਤੇ ਹੜਤਾਲਾਂ ਤੇ ਧਰਨਿਆਂ ਤੇ ਪਾਬੰਦੀ ਜਿਹੜੀ ਲਾਉਣੀ ਸੀਗੀ, ਠੀਕ ਹੈ, ਭਾਰਤੀ ਲੋਕਾਂ ਦਾ ਗਲਾ ਘੁੱਟਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਸੀ, ਉਹਦੇ ਖਿਲਾਫ ਜਿਹੜਾ ਸਾਰਾ ਪ੍ਰਦਰਸ਼ਨ ਸੀਗਾ। ਔਰ ਜੇ ਆਪਾਂ ਗੱਲ ਕਰਦੇ ਹਾਂ ਵੀ ਚੰਨਣ ਸਿੰਘ ਦੀ ਜਾਂ ਸਾਂਡਰਸ ਦੀ, ਦੇਖੋ ਜਿਹੜਾ ਅੰਗਰੇਜ਼ਾਂ ਦੇ ਰਾਜ ਦੇ ਵਿੱਚ 200 ਸਾਲ 250 ਸਾਲ ਦੇ ਦੌਰਾਨ 25 ਵਾਰੀ ਇੱਥੇ ਅਕਾਲ ਪਏ ਆ, ਔਰ 2 ਕਰੋੜ ਬੰਦੇ ਭੁੱਖ ਨਾਲ ਮਰੇ ਆ। ਬੰਗਾਲ ਦਾ ਅਕਾਲ ਆ ਜਿਹੜਾ ਉਹ ਇਤਿਹਾਸ 'ਚ ਮਸ਼ਹੂਰ ਆ। ਕਿੰਨੇ ਲੋਕਾਂ ਨੂੰ ਇਹਨਾਂ ਨੇ ਕਾਲੇ ਪਾਣੀ ਦੀਆਂ ਸਜ਼ਾਵਾਂ ਕੀਤੀਆਂ, ਕਿੰਨੇ ਲੋਕਾਂ ਨੂੰ ਡੰਡੇ ਬੇੜੀਆਂ ਨਾਲ ਜਕੜਿਆ ਰੱਖਿਆ, ਕਿੰਨਿਆਂ ਨੂੰ 2.5 ਫੁੱਟ ਦੇ ਪਿੰਜਰਿਆਂ 'ਚ ਰੱਖਿਆ, ਉੱਥੇ ਹੀ ਉਹ ਖਾਂਦੇ ਪੀਂਦੇ ਸੀ, ਉੱਥੇ ਹੀ ਹੱਕਦੇ ਮੂਦਦੇ ਸੀ। ਕਿੰਨੇ ਲੋਕਾਂ ਨਾਲ ਅੰਗਰੇਜ਼ਾਂ ਨੇ ਇਹ ਬਦਸਲੂਕੀ ਕੀਤੀ, ਉਹਨਾਂ ਨੂੰ ਗਲੀਆਂ 'ਚ ਰਿੰਗਣ ਲਈ ਮਜਬੂਰ ਕੀਤਾ, ਉਹਨਾਂ ਨੂੰ ਨੰਗੇ ਕਰਕੇ ਬਾਜ਼ਾਰਾਂ 'ਚ ਕੂੜੇ ਮਾਰੇ ਜਾਂਦੇ ਸੀਗੇ, ਔਰ ਨੱਪ ਕੇ ਜਿਹੜਾ ਹਿੰਦੁਸਤਾਨ ਦੇ ਲੋਕਾਂ ਨੂੰ ਉਹਨਾਂ ਨੇ ਰੱਖਿਆ। ਇਸ ਕਰਕੇ ਜਿਹੜੇ ਉਹਨਾਂ ਦੀ ਅੰਗਰੇਜ਼ਾਂ ਦੀ ਧਿਰ ਦੇ ਵਿੱਚ ਨੁਮਾਇੰਦੇ ਸੀ, ਜਿਹੜੇ ਉਹਨਾਂ ਦੀ ਮਸ਼ੀਨਰੀ ਦਾ ਸੰਦ ਬਣੇ ਹੋਏ ਸੀ ਚੰਨਣ ਸਿੰਘ ਹੋਰੀ, ਤੇ ਉਹ ਜੇ ਚੰਦਰ ਸ਼ੇਖਰ ਆਜ਼ਾਦ ਹੋਰਾਂ ਦੇ, ਭਗਤ ਸਿੰਘ ਹੋਰਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਤੇ ਉਹਦੇ ਦੌਰਾਨ ਹੀ ਉਹਦਾ ਕਤਲ ਜਿਹੜਾ ਹੋਇਆ। ਇਸ ਕਰਕੇ ਇਹ ਇਕੱਲਾ ਇਹ ਮਾਮਲਾ ਨਹੀਂ ਹੈ ਕਿ ਉਹ ਇੱਕ ਸਿੱਖ ਸੀ ਜਾਂ ਹੋਰ ਸੀ। ਸਿੱਖ ਤਾਂ ਇਸ ਹਿਸਾਬ ਨਾਲ ਉਹ ਵੀ ਸੀਗੇ ਜਿਨ੍ਹਾਂ ਨੇ ਖੂਹਾਂ 'ਚ ਜ਼ਹਿਰ ਪਾਇਆ, ਫਿਰ ਤੁਸੀਂ ਉਹਨੂੰ ਵੀ ਸਿੱਖ ਕਹੋਗੇ। ਬਾਦਲ ਕੇ ਜਿਹੜੇ ਪੁਰਖੇ ਆ ਉਹ ਵੀ ਆਪਣੇ ਆਪ ਨੂੰ ਸਿੱਖ ਕਹਾਉਂਦੇ ਸੀ, ਤੇ ਜੈਤੋ ਦੇ ਮੋਰਚੇ ਮੌਕੇ ਖੂਹਾਂ 'ਚ ਉਹਨਾਂ ਨੇ ਜ਼ਹਿਰ ਪਾਇਆ। ਸਿੱਖ ਤਾਂ ਫਿਰ ਆਪਣੇ ਆਪ ਨੂੰ ਰੂੜ ਸਿੰਘ ਵੀ ਕਹਾਉਂਦਾ, ਜਿਹੜਾ ਜਨਰਲ ਡਾਇਰ ਨੂੰ ਇਹ ਸਿਮਰਜੀਤ ਸਿੰਘ ਮਾਨ ਦਾ ਨਾਨਾ ਜਿਹੜਾ ਇਹਨੂੰ ਸਰੋਪਾ ਦੇ ਕੇ ਸਨਮਾਨਿਤ ਕਰਦਾ। ਸਿੱਖ ਤਾਂ ਫਿਰ ਇਹ ਵੀ ਆਪਣੇ ਆਪ ਨੂੰ ਕਹਾਉਂਦੇ ਸੀ। ਇਸ ਕਰਕੇ ਗੁਰੂ ਨਾਨਕ ਦਾ ਸਿੱਖ ਕੌਣ ਆ, ਮਲਕ ਭਾਗੋ ਕੌਣ ਆ ਤੇ ਭਾਈ ਲਾਲੋ ਕੌਣ ਆ, ਇਹਦੇ 'ਚ ਫਰਕ ਕਰਨਾ ਭਗਤ ਸਿੰਘ ਹੋਰਾਂ ਦੀ ਵਿਚਾਰਧਾਰਾ ਨੇ ਸਿਖਾਇਆ। ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਲਈ। ਸ਼ੁਕਰੀਆ ਸਰ। ਤਾਂ ਗੱਲਬਾਤ ਕੀਤੀ ਸਾਡੇ ਨਾਲ ਮੰਗਾ ਸਿੰਘ ਆਜ਼ਾਦ ਸੀ, ਨੌਜਵਾਨ ਭਾਰਤ ਸਭਾ ਤੋਂ। ਉਹਨਾਂ ਨੇ ਵੀ ਇਹ ਗੱਲ ਤੇ ਸਪਸ਼ਟ ਕੀਤਾ ਕਿ ਭਗਤ ਸਿੰਘ ਨੇ ਕੇਸ ਕਿਉਂ ਕਟਾਏ, ਭਗਤ ਸਿੰਘ ਦੀ ਵਿਚਾਰਧਾਰਾ ਕੀ ਸੀ, ਭਗਤ ਸਿੰਘ ਆਮ ਲੋਕਾਂ ਦੇ ਮੁਤਾਬਕ ਸ਼ਹੀਦ ਕੌਣ ਹੁੰਦਾ ਹੈ, ਤੇ ਜਿਹੜੇ ਸਿਮਰਨਜੀਤ ਸਿੰਘ ਮਾਨ ਆ ਉਹਨਾਂ ਦੇ ਮੁਤਾਬਕ ਸ਼ਹੀਦ ਕੌਣ ਹੈ। ਉਹਨਾਂ ਨੇ ਇਸ ਗੱਲ ਤੇ ਚਾਨਣਾ ਪਾਇਆ। ਕੈਮਰਾ ਪਰਸਨ ਹਿਮਤਾਜ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਕਵਾਈ ਟੀਵੀ।